ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਵਾਹਿਗੁਰੂ ਜੀ। ਸ੍ਰੀ ਰਾਗ ਤ੍ਰਿਲੋਚਨ ਕਾ, ਮਾਇਆ ਮੋਹ ਮਨ ਆਗਲੜਾ ਪ੍ਰਾਣੀ। ਜਰਾ ਮਰਨ ਭਉ ਵਿਸਰ ਗਿਆ, ਕੁਟੰਬ ਦੇਖ ਬਿਗਸਹਿ ਕਮਲਾ ਜਿਉ। ਪਰ ਘਰ ਜੋ ਹੈ ਕਪਟ ਨਰਾ, ਦੂੜਾ ਆਇਓ ਜਮਹਿ ਤਣਾ। ਤਿਨ ਆਗ ਲੜੈ ਮੈਂ ਰਹਿਣ ਨਾ ਜਾਇ, ਕੋਈ ਕੋਈ ਸਾਜਣ ਆਏ ਕਹੈ। ਮੇਲ ਮੇਰੇ ਬੀਠੁਲਾ ਲੈ ਬਾਹੜੀ ਵਲਾਇ, ਮੇਲ ਮੇਰੇ ਰਮਈਆ ਮੈਂ ਲੇਹ ਛਡਾਇ ਰਹਾ। ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪਹਿ ਅਮਰ ਪਿਆ। ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਵ ਸਾਸ ਤਹਨਾ ਪ੍ਰਵੇਸੰ। ਮਾਇਆ ਮੋਹ ਤਬ ਬਿਸਰ ਗਿਆ, ਜਾਂ ਤਜੀਅਲੇ ਸੰਸਾਰੰ। ਆਜ ਮੇਰੇ ਮਨ ਪ੍ਰਗਟ ਭਇਆ ਹੈ, ਪੇਖੀਅਲੇ ਧਰਮ ਰਾਓ। ਤਹ ਕਾਰ ਦਲ ਕਰਨ ਮਹਾਬਲੀ, ਤਿਨ ਆਗ ਲੜੈ ਮੈਂ ਰਹਿਣ ਨਾ ਜਾਇ। ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤੜਾ ਨਾਰਾਇਣਾ। ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦਤ ਤ੍ਰਿਲੋਚਨ ਰਾਮਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਬੜੇ ਸਤਿਕਾਰ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤ ਸੰਗਤ ਰੂਪ ਵਿੱਚ ਸੱਜ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਆਪ ਜੀ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਅਤੇ ਸਾਰਥਕ ਕਰ ਰਹੇ ਹੋ। ਭਗਤ ਰਵਿਦਾਸ ਸਾਹਿਬ ਮਹਾਰਾਜ ਦੀ ਬਾਣੀ ਨੂੰ ਵਿਚਾਰਨ ਤੋਂ ਉਪਰੰਤ ਆਪਾਂ ਯਤਨ ਕਰ ਰਹੇ ਹਾਂ। ਜਿਨ੍ਹਾਂ ਮਹਾਨ ਸਤਿਪੁਰਖਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹਨ, ਬਾਕੀ ਉਹਨਾਂ ਭਗਤਾਂ ਦੀ ਬਾਣੀ ਦੇ ਵਿੱਚੋਂ ਜਿਨ੍ਹਾਂ ਦੀ ਬਹੁਤ ਸੰਖੇਪ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ,
ਤੇ ਇਹਨਾਂ ਦੀ ਬਾਣੀ ਨੂੰ ਆਪਾਂ ਲੜੀਵਾਰ ਵਿਚਾਰਨ ਦਾ ਯਤਨ ਕਰਾਂਗੇ। ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 92 ਉੱਪਰ ਇਹ ਪਾਵਨ ਸ਼ਬਦ ਦਰਜ ਹੈ ਤੇ ਸ਼ਬਦ ਦਾ ਸਿਰਲੇਖ ਹੈ ਸ੍ਰੀ ਰਾਗ ਤ੍ਰਿਲੋਚਨ ਕਾ ਸ਼ਬਦ ਇਸ਼ਾਰੇ ਮਾਤਰ ਹੈ। ਸ੍ਰੀ ਰਾਗ ਦਾ ਨਾਮ ਹੈ, ਤ੍ਰਿਲੋਚਨ ਭਗਤ ਜੀ ਦਾ ਨਾਮ ਹੈ। ਇਸ ਦਾ ਭਾਵ ਹੈ ਸ੍ਰੀ ਰਾਗ ਵਿੱਚ ਤ੍ਰਿਲੋਚਨ ਜੀ ਕਾ ਸ਼ਬਦ ਜਾਂ ਜੀ ਕਾ ਪਦਾ। ਸੋ ਇਸ ਭਾਵ ਵਿੱਚ ਕਾ ਸ਼ਬਦ ਦੀ ਵਰਤੋਂ ਜਿਹੜੀ ਹੈ ਉਹ ਸਿਰਲੇਖ ਵਿੱਚ ਕੀਤੀ ਗਈ ਹੈ। ਭਗਤ ਤ੍ਰਿਲੋਚਨ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 4 ਸ਼ਬਦ ਨੇ। ਇੱਕ ਸ੍ਰੀ ਰਾਗ ਵਿੱਚ ਹੈ, 2 ਗੁਜਰੀ ਰਾਗ ਵਿੱਚ ਹਨ ਤੇ 1 ਧਨਾਸਰੀ ਰਾਗ ਵਿੱਚ ਹੈ। ਇਹਨਾਂ 4 ਸ਼ਬਦਾਂ ਨੂੰ ਆਪਾਂ ਲੜੀਵਾਰ ਵਿਚਾਰਨ ਦਾ ਯਤਨ ਕਰਾਂਗੇ, ਕਿਉਂਕਿ ਕਿਸੇ ਮਹਾਂਪੁਰਖ ਦੀ ਬਾਣੀ ਨੂੰ ਲੜੀਵਾਰ ਵਿਚਾਰਨ ਦਾ ਇਹ ਲਾਭ ਹੁੰਦਾ ਹੈ ਕਿ ਉਹਨਾਂ ਦੀ ਬਾਣੀ ਦੇ ਨੁਕਤੇ ਸਿਲਸਿਲੇਵਾਰ ਸਾਡੇ ਸਾਹਮਣੇ ਹੁੰਦੇ ਹਨ, ਤਾਂ ਉਹਨਾਂ ਦੇ ਉਪਦੇਸ਼ ਨੂੰ ਬੱਝਵੇਂ ਰੂਪ ਦੇ ਵਿੱਚ ਸਮਝਣ ਵਿੱਚ ਸਾਨੂੰ ਸਹਾਇਤਾ ਮਿਲਦੀ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਹੀ ਇੱਕ ਨੁਕਤੇ ਉੱਤੇ, ਇੱਕ ਖਿਆਲ ਉੱਤੇ, ਇੱਕ ਵਿਚਾਰਧਾਰਾ ਉੱਤੇ ਟਿਕੀ ਹੋਈ ਹੈ, ਪਰ ਫਿਰ ਵੀ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਆਪਾਂ ਇਹਨਾਂ ਮਹਾਨ ਪੁਰਖਾਂ ਦੀ ਬਾਣੀ ਨੂੰ ਸਿਲਸਿਲੇਵਾਰ ਵਿਚਾਰਨ ਦਾ ਯਤਨ ਕਰ ਰਹੇ ਹਾਂ। ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ, ਜਿਸ ਵਿੱਚ ਭਗਤ ਤ੍ਰਿਲੋਚਨ ਜੀ ਨੇ ਫਰਮਾਇਆ ਹੈ, ਦੂੜਾ ਆਇਓ ਜਮੈ ਤਣਾ। ਦੂੜਾ ਦਾ ਮਤਲਬ ਹੈ ਦੌੜਿਆ ਆਉਂਦਾ ਹੈ, ਜਮੈ ਜੰਮਦਾ, ਤਣਾ ਸ਼ਬਦ ਜਿਹੜਾ ਹੈ ਤਨਾ ਤੋਂ ਹੈ, ਭਾਵ ਪੁੱਤਰ। ਸੰਸਕ੍ਰਿਤ ਦਾ ਸ਼ਬਦ ਹੈ, ਇਸ ਨੂੰ ਜਦੋਂ ਪ੍ਰਾਕਿਰਤ ਵਿੱਚ ਵਰਤਿਆ ਗਿਆ ਤਾਂ ਤਣਾ। ਕਵਿਤਾ ਵਿੱਚ ਵੈਸੇ ਵੀ ਕਵੀ ਨੂੰ, ਕਿਸੇ ਵੀ ਕਵੀ ਨੂੰ ਸ਼ਬਦਾਂ ਦੇ ਥੋੜ੍ਹੇ ਹੇਰ ਫੇਰ ਦਾ ਵਰਤੋਂ ਕਰਨ ਦੀ ਖੁੱਲ੍ਹ ਹੁੰਦੀ ਹੈ। ਤੋ ਇੱਥੇ ਜੋ ਸ਼ਬਦ ਹੈ ਤਨਾ ਤੋਂ ਭਾਵ ਪੁੱਤਰ, ਤਣਾ ਸ਼ਬਦ ਵਰਤਿਆ ਨਾਣੇ ਨਾਲ। ਦੌੜਿਆ ਤੁਰਿਆ ਆ ਰਿਹਾ ਹੈ ਜਮ ਦਾ ਪੁੱਤਰ। ਆਤਮਕ ਮੌਤ ਲਿਆਉਣ ਵਾਲਾ, ਆਤਮਕ ਮੌਤ ਦਾ ਸੁਨੇਹਾ ਲਿਆਉਣ ਵਾਲਾ ਜਮ ਦਾ ਦੂਤ ਭੱਜਿਆ ਆ ਰਿਹਾ ਹੈ। ਹੁਣ ਇੱਥੇ ਪ੍ਰਸ਼ਨ ਉਪਜੇਗਾ, ਪੁੱਤਰ ਕੌਣ ਹੈ, ਦੂਤ ਕੌਣ ਹੈ ਤੇ ਬਾਪ ਕੌਣ ਹੈ, ਮਾਲਕ ਕੌਣ ਹੈ? ਕਿਹੜੀ ਚੀਜ਼ ਹੈ ਜਿਸ ਤੋਂ ਭਗਤ ਸਦਾ ਹੀ ਇਹ ਸੋਚਦਾ ਹੈ ਕਿ ਇਹ ਚੀਜ਼ ਤੋਂ ਬਚਿਆ ਜਾਏ? ਉਹ ਸੰਸਾਰ ਦੇ ਕਿਸੇ ਜ਼ਾਲਮ ਤੋਂ ਭੱਜਦਾ ਨਹੀਂ, ਸਗੋਂ ਉਸ ਜ਼ੁਲਮ ਦਾ ਮੁਕਾਬਲਾ ਕਰਦਾ ਹੈ। ਉਹ ਸੰਸਾਰ ਦੇ ਕਿਸੇ ਵਿਅਕਤੀ ਵਿਸ਼ੇਸ਼ ਤੋਂ ਜਾਂ ਕਿਸੇ ਪਦਵੀ ਤੋਂ ਨਹੀਂ ਡਰਦਾ। ਮਹਾਂਪੁਰਖਾਂ ਦੀ ਬਾਣੀ ਇਸ ਗੱਲ ਦੀ ਗਵਾਹ ਹੈ, ਉਹਨਾਂ ਦਾ ਜੀਵਨ ਇਸ ਗੱਲ ਦੀ ਸ਼ਾਹਦੀ ਦਿੰਦਾ ਹੈ ਕਿ ਉਹਨਾਂ ਛਾਤੀਆਂ ਡਾਹ ਕੇ ਸਮੇਂ ਦੇ ਤਾਕਤਵਰ, ਜ਼ਾਲਮ, ਸੱਤਾਧਾਰੀ, ਧੱਕੇਖੋਰ ਲੋਕਾਂ ਦਾ ਮੁਕਾਬਲਾ ਕੀਤਾ। ਭੈ ਉਹਨਾਂ ਦੇ ਜੀਵਨ 'ਚ ਹੈ ਨਹੀਂ, ਪਰ ਫਿਰ ਵੀ ਕੋਈ ਚੀਜ਼ ਹੈ ਜਿਸ ਤੋਂ ਭਗਤ ਆਪ ਵੀ ਬਚਣ ਦੀ ਕੋਸ਼ਿਸ਼ ਕਰਦੇ ਨੇ ਤੇ ਸੰਸਾਰ ਦੇ ਜੀਵਾਂ ਨੂੰ ਵੀ ਪ੍ਰੇਰਣਾ ਕਰਦੇ ਨੇ ਵੀ ਬਚੋ, ਇਹ ਚੀਜ਼ ਤੋਂ ਬਚੋ, ਇਹ ਤੋਂ ਖਤਰਾ ਹੈ। ਉਹ ਕਿਹੜੀ ਚੀਜ਼ ਹੈ ਜਿਸ ਤੋਂ ਖਤਰਾ ਹੈ? ਉਸ ਨੂੰ ਕਹਿੰਦੇ ਨੇ ਆਤਮਕ ਮੌਤ, ਅੰਦਰ ਦਾ ਨਿੱਘਰ ਜਾਣਾ। ਆਤਮਕ ਮੌਤ ਕੀ ਹੈ? ਸਾਡੇ ਅੰਦਰੋਂ ਪਵਿੱਤਰ ਅਹਿਸਾਸ, ਸੁੱਚੇ ਅਹਿਸਾਸ, ਚੰਗੇ ਅਨੁਭਵ, ਚੰਗੇ ਖਿਆਲਾਤ, ਚੰਗੇ ਗੁਣ ਖਤਮ ਹੋ ਜਾਣੇ। ਉਹ ਸਾਡੇ ਅੰਦਰੋਂ ਜਿਹੜਾ ਮਾਦਾ ਮੁੱਕ ਜਾਂਦਾ ਹੈ, ਉਹਨੂੰ ਆਤਮਕ ਮੌਤ ਕਿਹਾ। ਪਰ ਇਹ ਆਉਂਦੀ ਕਿਵੇਂ? ਇਹ ਆਤਮਕ ਮੌਤ ਕਿਸੇ ਦਾ ਗਲਾ ਘੁੱਟਣ ਨਾਲ ਨਹੀਂ ਆਉਂਦੀ, ਜਾਂ ਕਿਸੇ ਹੋਰ ਬਾਹਰੀ ਘਟਨਾ ਨਾਲ ਨਹੀਂ ਵਾਪਰਦੀ। ਉਹ ਸਰੀਰ ਦੇ ਨਾਲ ਤਾਲੁਕਾਤ ਹੈ, ਉਹਨਾਂ ਸਾਰੀਆਂ ਬਾਹਰ ਦੀਆਂ ਚੀਜ਼ਾਂ ਦਾ, ਬਾਹਰ ਦੀਆਂ ਦੁਰਘਟਨਾਵਾਂ ਦਾ। ਇਹ ਆਤਮਕ ਮੌਤ ਆਉਂਦੀ ਹੈ ਮਾੜੇ ਫੁਰਨਿਆਂ ਨਾਲ, ਵਿਕਾਰਾਂ ਨਾਲ, ਵਿਕਾਰਾਂ ਦੀ ਪ੍ਰੈਕਟਿਸ, ਅਭਿਆਸ ਦੇ ਨਾਲ। ਇਹ ਆਟੋਮੈਟਿਕਲੀ ਹੌਲੀ ਹੌਲੀ ਬੰਦਾ ਇਸ ਪਾਸੇ ਵੱਲ ਸਫ਼ਰ ਕਰਦਾ ਜਾਂਦਾ ਹੈ। ਇਸ ਨੂੰ ਆਖਦੇ ਹਨ ਭੱਜੇ ਆ ਰਹੇ ਹਨ। ਮਨੁੱਖ ਦੀ ਦਸ਼ਾ ਵੇਖੋ ਵੀ ਉਹ ਇਹੋ ਜਿਹੇ ਰਾਹ ਤੇ ਤੁਰਿਆ ਹੋਇਆ ਜਿੱਥੇ
ਉਹ ਆਪਣਾ ਇਹੋ ਜਿਹਾ ਜੀਵਨ ਘੜੀ ਬੈਠਾ ਹੈ ਜਾਂ ਜੀ ਰਿਹਾ ਹੈ ਜਿੱਥੇ ਆਤਮਿਕ ਮੌਤ ਲਿਆਉਣ ਵਾਲੇ ਦੂਤ, ਆਤਮਿਕ ਮੌਤ ਦੇ ਪੁੱਤਰ ਵਿਸ਼ੇ ਵਿਕਾਰ ਇਹਦੇ ਵੱਲ ਭੱਜੇ ਤੁਰੇ ਆ ਰਹੇ। ਤਿੰਨ ਆਗ ਲੜੈ ਮੈਂ ਰਹਿਣ ਨਾ ਜਾਏ, ਤਿੰਨਾਂ ਦੇ ਅੱਗੇ ਮੇਰੇ ਕੋਲੋਂ ਟਿਕਿਆ ਨਹੀਂ ਜਾਏਗਾ। ਮਨੁੱਖ ਦੀ ਸਮਰੱਥਾ, ਮਨੁੱਖ ਦੀ ਪਾਇਆ, ਮਨੁੱਖ ਦੀ ਤਾਕਤ ਇਤਨੀ ਨਹੀਂ ਕਿ ਉਹਨਾਂ ਦੇ ਸਾਹਮਣੇ ਟਿਕ ਸਕੇ। ਇਹਦਾ ਇੱਕ ਪ੍ਰਮਾਣ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਕਹਿੰਦੇ ਨੇ ਜਿਨ ਮੇਲ ਮਾਰੇ ਪੰਜ ਸੂਰਬੀਰ। ਪੰਜ ਸੂਰਬੀਰ ਹਨ। ਕੌਣ ਹੈ ਜਿਸ ਨੇ ਇਹਨਾਂ ਨੂੰ ਮਾਰਿਆ ਹੈ? ਐਸੋ ਕੌਣ ਬਲੀਰੇ ਜਿਨ ਮਿਲ ਮਾਰੇ ਪੰਜ ਸੂਰਬੀਰ, ਸੋ ਪੂਰਾ ਇੱਕ ਕਲੀਰੇ। ਉਹ ਕੌਣ ਹੈ ਜਿਸ ਨੇ ਇਹਨਾਂ ਪੰਜਾਂ ਨਾਲ ਯੁੱਧ ਕੀਤਾ ਹੈ? ਉਹ ਕੌਣ ਹੈ ਜਿਨ੍ਹਾਂ ਨੇ ਆਪਣੀਆਂ ਵਾਸ਼ਨਾਵਾਂ ਦੇ ਉੱਤੇ ਕਾਬੂ ਪਾ ਲਿਆ? ਉਹ ਕੌਣ ਹੈ ਜਿਹੜਾ ਆਪਣੇ ਜੀਵਨ ਦਾ ਜੇਤੂ ਰਿਹਾ? ਤੋ ਸਤਿਗੁਰੂ ਮਹਾਰਾਜ ਨੇ ਇਸ ਪੱਖ ਵਿੱਚ ਵੀ ਗੱਲ ਕੀਤੀ। ਇੱਕ ਥਾਂ ਤੇ ਤਾਂ ਮਹਾਰਾਜ ਇਹ ਵੀ ਫਰਮਾਉਂਦੇ ਨੇ, ਵਾਤ ਵਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਸਤਿਗੁਰੂ ਮਹਾਰਾਜ ਨੇ ਇੱਕ ਦ੍ਰਿਸ਼ ਬੰਨਿਆ ਹੈ, ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਵੇਂ ਪਹਿਲਵਾਨ ਅਖਾੜੇ ਵਿੱਚ ਘੁਲਦੇ ਸਨ, ਉਸ ਤੋਂ ਪਹਿਲਾਂ ਢੋਲ ਤੇ ਡੱਗਾ ਲੱਗਦਾ ਸੀ, ਲੋਕ ਅਖਾੜੇ ਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਸਨ। ਪਹਿਲਵਾਨ ਜਿਸ ਵੇਲੇ ਤਿਆਰ ਹੋ ਕੇ ਅਖਾੜੇ ਵਿੱਚ ਉਤਰਦਾ ਤਾਂ ਉਹ ਅਖਾੜੇ ਦੇ ਘੇਰੇ ਘੇਰੇ ਫੇਰੀ ਲੈ ਕੇ ਆਉਂਦਾ, ਆਪਣਾ ਆਪ ਵਿਖਾਉਂਦਾ ਵੀ ਮੈਂ ਘੁਲਣ ਜਾ ਰਿਹਾ। ਜਿਹੜੇ ਉਹਦੇ ਹਮਾਇਤੀ ਹੁੰਦੇ ਉਹਦਾ ਨਾਂ ਲੈ ਕੇ ਉੱਚੀ ਉੱਚੀ ਨਾਅਰੇ ਮਾਰਦੇ, ਉਹਨੂੰ ਹਲਾਸ਼ੇਰੀ ਦਿੰਦੇ, ਉਹਨੂੰ ਸ਼ਾਬਾਸ਼ ਦਿੰਦੇ ਤਾਂ ਕਿ ਉਹਦਾ ਉਤਸ਼ਾਹ ਵਧੇ। ਜਿਸ ਵੇਲੇ ਦੋ ਪਹਿਲਵਾਨ ਉਸ ਅਖਾੜੇ ਵਿੱਚ ਉਤਰਦੇ ਤਾਂ ਉਹ ਆਪਣੇ ਦਾ ਪੇਚ ਵਰਤ ਕੇ ਇੱਕ ਦੂਜੇ ਨੂੰ ਹਰਾਉਣ ਤੇ ਢਾਉਣ ਦੀ ਕੋਸ਼ਿਸ਼ ਕਰਦੇ, ਤੇ ਜਿਹੜਾ ਜਿੱਤ ਜਾਂਦਾ ਉਸ ਨੂੰ ਇਨਾਮ ਮਿਲਦਾ, ਤੇ ਉਸ ਜੇਤੂ ਦਾ ਫਿਰ ਉਸ ਅਖਾੜੇ ਦੇ ਆਲੇ ਦੁਆਲੇ ਗੇੜਾ ਲਵਾਇਆ ਜਾਂਦਾ, ਤੇ ਜਿਹੜਾ ਮੁੱਖ ਮਹਿਮਾਨ ਉਸ ਅਖਾੜੇ 'ਚ ਹੁੰਦਾ ਉਹਨੂੰ ਸ਼ਾਬਾਸ਼ ਦਿੰਦਾ। ਉਹ ਦ੍ਰਿਸ਼ਟਾਂਤ ਹਜ਼ੂਰ ਨੇ ਵਰਤਿਆ ਵੀ ਇਹ ਜਗਤ ਜਿਹੜਾ ਇੱਕ ਅਖਾੜਾ ਹੈ, ਪਰ ਸਾਡੇ ਸਾਹਮਣੇ ਪੰਜ ਜਵਾਨ ਯਾਨੀ ਕਿ ਪੰਜ ਤਾਕਤਵਰ ਵਿਸ਼ੇ ਹਨ ਜਿਨ੍ਹਾਂ ਨਾਲ ਸਾਡਾ ਇਕੱਲਾ ਮਨ ਲੜਦਾ ਹੈ, ਬੜੀ ਵਾਰੇ ਹਾਰਦਾ ਹੈ ਪਰ ਬਹੁਤੀ ਵਾਰੇ ਹਾਰਦਾ ਹੈ। ਪਰ ਜਿਨ੍ਹਾਂ ਦੀ ਕੰਡ ਉੱਤੇ, ਭਾਵ ਜਿਨ੍ਹਾਂ ਦੇ ਸਿਰ ਉੱਤੇ, ਜਿਨ੍ਹਾਂ ਨੂੰ ਇਹ ਸੋਝੀ ਦੇ ਕੇ ਗੁਰੂ ਨੇ ਬਖਸ਼ਿਸ਼ ਕਰਕੇ ਆਤਮਿਕ ਬਲ ਦੇ ਦਿੱਤਾ, ਉਹ ਵਿਕਾਰਾਂ ਦੇ ਸਨਮੁਖ ਡੋਲ ਚਿੱਤ ਹੋ ਕੇ ਖੜੇ ਹਨ ਤੇ ਉਹਨਾਂ ਨੇ ਇਹਨਾਂ ਪੰਜਾਂ ਨੂੰ ਚਿੱਤ ਕਰ ਦਿੱਤਾ, ਹਰਾ ਦਿੱਤਾ। ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਤੋ ਸਾਹਿਬ ਸਤਿਗੁਰੂ ਇਸ ਭਾਵ ਵਿੱਚ ਵੀ ਬਾਣੀ ਵਿੱਚ ਕਹਿੰਦੇ ਨੇ, ਤਿੰਨ ਆਗ ਲੜਿਆ ਮੈਂ ਰਹਿਣ ਨਾ ਜਾਏ। ਇਹਨਾਂ ਸਾਹਮਣੇ ਮੈਥੋਂ ਅੜਿਆ ਨਹੀਂ ਜਾਣਾ, ਮੇਰਾ ਮਨ ਬਹੁਤ ਕਮਜ਼ੋਰ ਹੈ। ਯਥਾ ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ ਵੀ ਮੇਰਾ ਇਹ ਜਿਹੜਾ ਮਨ ਰੂਪੀ ਬੈਲ ਹੈ, ਮੇਰੇ ਜਿਹੜੇ ਗਿਆਨ ਇੰਦਰੀਆਂ ਰੂਪੀ ਟਾਂਡੇ ਹਨ, ਇਹ ਅਵ ਘਟ ਔਖੀ ਘਾਟੀ ਨੂੰ ਚੜ੍ਹਨ ਦੀ ਤਾਕਤ ਨਹੀਂ ਰੱਖਦੇ, ਬੜੇ ਕਮਜ਼ੋਰ ਨੇ। ਘਾਟੀ ਹੈ ਜੀਵਨ, ਬੈਲ ਹੈ ਮਨ, ਟਾਂਡਾ ਹੈ ਸਰੀਰ ਦੇ ਪੰਜੇ ਗਿਆਨ ਇੰਦਰੇ। ਉਹਨਾਂ ਨੇ ਘਟ ਅਵ ਘਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ, ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ। ਇਹ ਦ੍ਰਿਸ਼ਟਾਂਤ ਸਾਰੇ ਇਸ ਕਰਕੇ ਹੁੰਦੇ ਨੇ ਮਨੁੱਖ ਨੂੰ ਅਸਲ ਭਾਵ ਜਿਹੜਾ ਹੈ ਉਹ ਸਮਝਾਇਆ ਜਾ ਸਕੇ। ਤੋ ਫਰਮਾਉਂਦੇ ਨੇ ਤਿੰਨ ਆਗ ਲੜਿਆ ਮੈਂ ਰਹਿਣ ਨਾ ਜਾਏ, ਕੋਈ ਕੋਈ ਸਾਜਣ ਆਏ ਕਹੈ। ਕੋਈ ਕੋਈ ਸੱਜਣ, ਕੋਈ ਸਤਸੰਗੀ, ਕੋਈ ਸੋਝੀ ਵਾਲਾ, ਕੋਈ ਜਾਗਿਆ ਹੋਇਆ ਬੰਦਾ ਹੀ ਇਹ ਗੱਲ ਆ ਕੇ ਕਹਿੰਦਾ ਹੈ, ਭਾਵ ਕੋਈ ਜੀਵਨ ਦੇ ਮੁਤਲਕ ਸੰਬੰਧ ਵਿੱਚ ਇਹ ਅਰਦਾਸ ਕਰਦਾ ਹੈ। ਕੋਈ ਕੋਈ ਸਾਜਣ ਆਏ ਕਹੈ, ਮਿਲ ਮੇਰੇ ਬੀਠਲਾ ਲੈ ਬਾਹੜੀ ਬਲਾ। ਹੇ ਮੇਰੇ ਬੀਠਲ, ਸੰਸਕ੍ਰਿਤ ਦਾ ਸ਼ਬਦ ਹੈ ਬਿਸ਼ਠੁਲ, ਇਸ ਦਾ ਭਾਵ ਹੁੰਦਾ ਹੈ ਬੇਸਥਲ, ਜਿਹੜਾ ਮਾਇਆ ਤੋਂ ਪਾਸੇ ਹੈ, ਮਾਇਆ ਦੇ ਪ੍ਰਭਾਵ ਥੱਲੇ ਨਹੀਂ ਜਿਹੜਾ।
ਤੋ ਸ਼ਬਦ ਜਦੋਂ ਸਫ਼ਰ ਕਰਕੇ ਪ੍ਰਕਿਰਤ ਵਿੱਚ ਆਇਆ ਤੇ ਬੀਠਲ ਹੋ ਗਿਆ, ਇਹਦਾ ਰੂਪ ਥੋੜ੍ਹਾ ਬਦਲ ਗਿਆ। ਬਾਬਾ ਰਵਿਦਾਸ ਸਾਹਿਬ ਜੀ ਨੇ ਵੀ ਇਹ ਸ਼ਬਦ ਬੜਾ ਵਰਤਿਆ, ਨਾਮਦੇਵ ਸਾਹਿਬ ਜੀ ਨੇ ਵੀ ਇਹ ਸ਼ਬਦ ਵਰਤਿਆ, ਔਰ ਭਗਤ ਤਰਲੋਚਨ ਜੀ ਵੀ ਇਸ ਸ਼ਬਦ ਦੀ ਵਰਤੋਂ ਕਰਦੇ ਨੇ। ਮਿਲ ਮੇਰੇ ਬੀਠਲ, ਕੋਈ ਇਹ ਅਰਦਾਸ, ਇਹ ਬੇਨਤੀ ਕਰਦਾ, ਕੋਈ ਜਾਗਿਆ ਹੋਇਆ ਹੀ ਇਹਨਾਂ ਤੋਂ ਬਚਣ ਵਾਸਤੇ ਪਰਮੇਸ਼ਰ ਦੀ ਮਦਦ ਲਈ ਗੁਹਾਰ ਲਾਉਂਦਾ ਹੈ। ਮਿਲ ਮੇਰੇ ਬੀਠਲਾ, ਲੈ ਬਾਹੜੀ ਵਲਾਏ, ਮੈਨੂੰ ਆਪਣੀਆਂ ਬਾਹਾਂ ਵੜ ਕੇ ਆਪਣੀ ਗੋਦ ਵਿੱਚ, ਆਪਣੇ ਆਗੋਸ਼ ਵਿੱਚ, ਆਪਣੀ ਜਫੀ ਵਿੱਚ ਲੈ ਲੈ, ਮੈਨੂੰ ਬਚਾ ਲੈ ਇਹਨਾਂ ਕੋਲ। ਜਿਵੇਂ ਬੱਚੇ ਨੂੰ ਕਿਸੇ ਤੋਂ ਖਤਰਾ ਹੋਵੇ ਨਾ, ਤਾਂ ਉਹ ਭੱਜ ਕੇ ਜਾ ਕੇ ਮਾਂ ਦੀ ਗੋਦ ਵਿੱਚ ਜਾਂਦਾ, ਬਾਪ ਦੀ ਗੋਦ ਵਿੱਚ ਜਾਂਦਾ, ਪਰ ਘਰ ਦੇ ਵੱਡੇ ਬਜ਼ੁਰਗ ਦੀ ਗੋਦ ਵਿੱਚ ਜਾ ਕੇ ਬਹਿ ਜਾਂਦਾ, ਤੇ ਉਹਨੂੰ ਬਾਹਾਂ ਵੜ ਲੈਂਦੇ ਨੇ। ਇਸ ਤਰ੍ਹਾਂ ਕਰਕੇ ਉਹਨੂੰ ਧੀਰਜ, ਹੌਸਲਾ ਦੇਣ ਲਈ, ਵੀ ਉਹਨੂੰ ਦੱਸਣ ਲਈ ਵੀ ਤੂੰ ਸੁਰੱਖਿਅਤ ਹੈ, ਤੂੰ ਸੇਫ ਹੈ। ਜਾਨੀ ਕਿ ਮੈਨੂੰ ਆਪਣੀ ਪਨਾਹ ਵਿੱਚ ਲੈ, ਬਾਹਾਂ ਵੜ ਕੇ ਆਪਣੀ ਸ਼ਰਨ ਵਿੱਚ ਲੈ ਲੈ। ਕੋਈ ਸੱਜਣ, ਕੋਈ ਸਤ ਸੰਗੀ, ਕੋਈ ਜਾਗਿਆ ਬੰਦਾ ਹੀ ਇਹ ਅਰਦਾਸ ਕਰਦਾ ਹੈ। ਤੇ ਕੋਈ ਕਹਿੰਦਾ ਹੈ, ਮਿਲ ਮੇਰੇ ਰਮਈਆ ਮੈਂ ਲੈ ਛਡਾਏ। ਹੇ ਮੇਰੇ ਸਰਵ ਵਿਆਪਕ ਰਮਈਆ ਜੀਓ, ਰਾਮ ਜੀਓ, ਹੇ ਸਰਵ ਵਿਆਪਕ ਰਮੇ ਹੋਏ ਪਰਮੇਸ਼ਰ ਜੀਓ, ਮੈਨੂੰ ਇਹਨਾਂ ਤੋਂ ਛਡਾ ਲਓ, ਬਚਾ ਲਓ, ਮੇਰੀ ਰੱਖਿਆ ਕਰੋ, ਮੈਨੂੰ ਇਹਨਾਂ ਤੱਤੀਆਂ ਹਵਾਵਾਂ ਤੋਂ ਬਚਾਓ, ਮੈਨੂੰ ਇਸ ਆਤਮਿਕ ਮੌਤ ਦੇ ਦੂਤਾਂ ਤੋਂ ਛੁਡਾ ਲਓ, ਮੈਂ ਆਤਮਿਕ ਮੌਤ ਦੀ ਜਮ ਦੂਤਾਂ ਦੀ ਗ੍ਰਿਫਤ ਵਿੱਚ ਨਾ ਜਾਵਾਂ। ਪਰ ਇਹ ਅਰਦਾਸ, ਇਹ ਬੇਨਤੀ ਕੋਈ ਵਿਰਲਾ ਕਰਦਾ ਹੈ। ਤੇ ਆਮ ਸਾਡੇ ਜੀਵਨ ਦੀ ਕੀ ਹਾਲਤ, ਹੁਣ ਪਹਿਲੇ ਬੰਦ ਵਿੱਚ ਫਰਮਾਉਂਦੇ ਨੇ, ਕਹਿੰਦੇ ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ। ਮਾਇਆ ਦਾ ਮੋਹ ਮਨ ਵਿੱਚ, ਆਗਲੜਾ ਦਾ ਮਤਲਬ ਬਹੁਤ ਹੀ ਜ਼ਿਆਦਾ, ਜਿਹਨੂੰ ਆਪਾਂ ਕਹਿੰਦੇ ਨਾ ਵੀ ਲਿਮਟ ਹੀ ਕ੍ਰੋਸ ਹੋ ਗਈ, ਕਿਸੇ ਚੀਜ਼ ਦੀ ਹੱਦ ਹੀ ਮੁੱਕ ਗਈ, ਉਹ ਸ਼ਬਦ ਨੂੰ ਡਿਫਾਈਨ ਕਰਦਾ ਹੈ ਆਗਲੜਾ ਸ਼ਬਦ। ਮਾਇਆ ਮੋਹ ਮਨ ਵਿੱਚ ਮਾਇਆ ਦਾ ਮੋਹ ਹੈ, ਆਗਲੜਾ ਬਹੁਤ ਜ਼ਿਆਦਾ, ਹੱਦੋਂ ਵੱਧ, ਇੰਨੀ ਜ਼ਿਆਦਾ ਅਟੈਚਮੈਂਟ, ਸਮਝੋ ਵੀ ਜਿਵੇਂ ਉਹ ਚੀਜ਼ ਤੇ ਹੀ ਸਾਰਾ ਜੀਵਨ ਟਿਕਿਆ ਹੋਇਆ, ਡਿਪੈਂਡ ਹੋ, ਜਿਸ ਨੂੰ ਮਾਇਆ ਮਮਤਾ ਮੋਹ ਨਹੀਂ ਲਿਖਿਆ ਮਹਾਰਾਜ ਨੇ ਬਾਣੀ 'ਚ। ਤੇ ਇਸ ਮੋਹ ਦਾ ਸਦਕਾ ਕੀ ਹੋ ਰਿਹਾ, ਜਰਾ ਮਰਨ ਭਉ ਵਿਸਰ ਗਿਆ। ਕਹਿੰਦੇ ਨਾ ਬੁਢੇਪੇ ਦਾ ਖਿਆਲ ਹੈ, ਨਾ ਇਸ ਗੱਲ ਦਾ ਖਿਆਲ ਹੈ ਵੀ ਸਰੀਰ ਕਮਜ਼ੋਰ ਹੋ ਰਿਹਾ, ਬੁੱਧੀ ਖੀਣ ਹੋ ਰਹੀ ਹੈ, ਸਰੀਰ ਦੀ ਤਾਕਤ ਜਵਾਬ ਦੇ ਰਹੀ ਹੈ, ਸਰੀਰ ਪੁਰਾਣਾ ਹੋ ਗਿਆ, ਇਹ ਹੁਣ ਹੌਲੀ ਹੌਲੀ ਕੰਮ ਕਰਨੋਂ ਹਟਦਾ ਜਾਏਗਾ। ਨਾ ਤਾਂ ਇਹ ਗੱਲ ਚੇਤੇ, ਇਹ ਅਵਸਥਾ ਚੇਤੇ ਹੈ, ਤੇ ਨਾ ਹੀ ਇਹ ਗੱਲ ਚੇਤੇ ਹੈ ਵੀ ਮਰ ਜਾਣਾ, ਅਖੀਰ ਨੂੰ ਸਰੀਰ ਨੇ ਬਿਨਸ ਵੀ ਜਾਣਾ, ਨਾ ਇਹ ਗੱਲ ਚੇਤੇ। ਨਾ ਬੁਢੇਪਾ, ਕਮਜ਼ੋਰੀ, ਸਰੀਰ ਦਾ ਨਾਸ਼ ਹੋ ਜਾਣ ਦਾ ਪੱਖ ਚੇਤੇ ਹੈ, ਕਮਜ਼ੋਰ ਹੋ ਜਾਣ ਦਾ ਪੱਖ ਚੇਤੇ ਹੈ, ਤੇ ਨਾ ਸਰੀਰ ਦੇ ਨਾਸ਼ ਹੋ ਜਾਣ ਦਾ ਪੱਖ ਚੇਤੇ ਹੈ। ਦੋਵੇਂ ਗੱਲਾਂ ਹੀ ਵਿਸਰ ਗਈਆਂ। ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਮਨੁੱਖ ਦੇ ਮਨ ਨੂੰ, ਭਗਤ ਜੀ ਕਹਿੰਦੇ ਨੇ ਵੀ ਕਿੰਨਾ ਕੁ ਮੋਹ ਹੋਏਗਾ, ਵੀ ਜ਼ਰੂਰੀ ਜੀਵਨ ਜਿਨ੍ਹਾਂ ਪੜਾਵਾਂ ਚੋਂ ਗੁਜ਼ਰਨਾ ਉਹਨਾਂ ਦਾ ਪਤਾ ਹੀ ਕੁਝ ਨਹੀਂ, ਖਿਆਲ ਹੀ ਕੋਈ ਨਹੀਂ। ਫਿਰ ਆਖਦੇ ਨੇ ਕੁਟੰਬ ਦੇਖ ਬਿਗਸੈ ਕਮਲਾ ਜਿਉ, ਹੇ ਪ੍ਰਾਣੀ, ਹੇ ਮਨੁੱਖ, ਤੂੰ ਆਪਣੇ ਪਰਿਵਾਰ ਨੂੰ ਵੇਖ ਕਿਵੇਂ ਖਿੜ ਜਾਂਦਾ, ਜਿਵੇਂ ਕਮਲ ਫੁੱਲ ਖਿੜਿਆ ਹੁੰਦਾ। ਤੇ ਫਿਰ ਗੱਲ ਇੱਥੇ ਹੀ ਨਹੀਂ ਟਿਕੀ, ਗੱਲ ਕੇਵਲ ਇੱਥੇ ਨਹੀਂ ਟਿਕੀ, ਪਾਰ ਕਰ ਜੋ ਹੈ ਕਪਟ ਨਰਾ। ਤੂੰ ਦੂਜਿਆਂ ਦੇ ਪ੍ਰਤੀ, ਆਪਣੇ ਪਰਿਵਾਰ ਨੂੰ ਵੇਖ ਕੇ ਤੂੰ ਖਿੜਦਾ ਹੈ, ਖੁਸ਼ ਹੁੰਦਾ ਹੈ, ਤੇ ਸਭ ਤੋਂ ਵੱਡਾ ਭੈੜ ਤੇਰੇ ਜੀਵਨ 'ਚ ਕੀ ਹੈ ਕਿ ਤੂੰ ਦੂਜਿਆਂ ਦੇ ਪ੍ਰਤੀ ਆਪਣੇ ਮਨ ਵਿੱਚ ਕਪਟ ਰੱਖਦਾ। ਕਪਟ ਦਾ ਮਤਲਬ ਹੁੰਦਾ ਖੋਟ, ਆਪਣੇ ਮਨ ਅੰਦਰ ਖੋਟ ਰੱਖ ਕੇ ਦੂਜਿਆਂ ਦੇ ਘਰ ਤੱਕਦਾ। ਪਰ ਘਰ ਜੋ ਹੈ ਮਤਲਬ ਤੱਕਣਾ, ਵੇਖਣਾ, ਨਿਰਖਣਾ, ਪਰਖਣਾ, ਜਾਂਚਣਾ, ਜਿਹਨੂੰ ਆਪਾਂ ਕਹਿੰਦੇ ਦੂਜੇ ਦੇ ਘਰ ਵੱਲ ਝਾਕਣਾ। ਉਹ ਕਿਸੇ ਵੀ ਰੂਪ 'ਚ ਹੋ ਸਕਦਾ, ਮਾਇਆ ਦੇ ਰੂਪ 'ਚ ਹੋ ਸਕਦਾ, ਵੀ ਜਿਵੇਂ ਬੰਦਾ ਦੂਜੇ ਵੱਲ ਵੇਖ ਕੇ ਤਰਸੀ ਜਾਏ, ਦੁਖੀ ਹੋਈ ਜਾਏ, ਤਾਂ ਉਹਨੂੰ ਆਪਾਂ ਪਰਾਇਆ ਘਰ ਤੱਕਣਾ ਹੀ ਕਵਾਂਗੇ। ਕਿਸੇ ਦੀ ਚੀਜ਼ ਦੇ ਉੱਤੇ ਲਲਚਾਈ ਬਿਰਤੀ ਨਾਲ ਬਾਰ-ਬਾਰ ਮਨ ਨੂੰ ਉਸ ਪਾਸੇ ਲਿਜਾ ਕੇ ਦੁਖੀ ਕਰਨਾ,
ਵੀ ਇਹ ਜੇ ਮੇਰੇ ਪਰਿਵਾਰ 'ਚ ਆ ਜਾਏ ਤੇ ਬੜੀ ਵਧੀਆ। ਫਿਰ ਜਦੋਂ ਇਹ ਖਿਆਲ ਆਵੇ ਵੀ ਜੇ ਇਹ ਚੀਜ਼ ਮੇਰੇ ਪਰਿਵਾਰ 'ਚ ਹੋਵੇ ਤੇ ਬੜਾ ਖਿੜ ਜਾਂਦਾ ਹੈ ਕਮਲ ਫੁੱਲ ਵਾਂਗ। ਇਸ ਭਾਵ ਵਿੱਚ ਕਹਿੰਦੇ ਨੇ, ਕੁਟੰਬ ਦੇਖ ਬਿਗਸੈ ਕਮਲਾ ਜਿਉ, ਪਾਰ ਕਰ ਜੋ ਹੈ ਕਪਟ ਨਰਾ। ਇਹ ਮੋਹ ਦੇ ਸਾਈਡ ਇਫੈਕਟ ਦੱਸ ਰਹੇ ਨੇ ਵੀ ਨਾ ਬੁਢੇਪਾ ਚੇਤੇ ਹੈ, ਨਾ ਮੌਤ ਚੇਤੇ ਹੈ। ਕਪਟੀ ਬਿਰਤੀ ਖੋਟ ਅੰਦਰ ਰੱਖ ਕੇ ਪਰਾਏ ਘਰ ਤੱਕਦਾ ਹੈ ਵੀ ਇਹ ਚੀਜ਼ ਜੇ ਮੇਰੇ ਟੱਬਰ 'ਚ ਹੋਵੇ ਤੇ ਫਿਰ ਕਮਲ ਫੁੱਲ ਵਾਂਗ ਮੈਂ ਉਤਸ਼ਾਹੀ ਤੇ ਖਿੜਿਆ ਹੋਇਆ ਹੋਵਾਂ। ਇਹ ਹੈ ਵਧੇ ਹੋਏ ਮੋਹ ਦੀਆਂ ਨਿਸ਼ਾਨੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ। ਫਿਰ ਅੱਗੇ ਫਰਮਾਉਂਦੇ ਨੇ, ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਪਿਆ। ਅਨਕ ਅਨਕ ਮਤਲਬ ਹੋਰ 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 ਹੋਰ, ਜਿਹੜੀ ਚੀਜ਼ ਲਗਾਤਾਰ ਵਧੀ ਜਾ ਰਹੀ ਹੈ ਘਟਣ ਦੀ ਬਜਾਏ। ਭੋਗ ਰਾਜ ਪਦਾਰਥਾਂ ਦੇ ਭੋਗ ਭੋਗ ਕੇ ਪਰਮੇਸ਼ਰ ਵਾਹਿਗੁਰੂ ਦੀ ਸੱਤਾ, ਸਰਵ ਵਿਆਪੀ ਅਕਾਲ ਪੁਰਖ ਦਾ ਧਿਆਨ ਵਿਸਰਦਾ ਜਾ ਰਿਹਾ। ਤੇ ਇਵੇਂ ਭੁਲੇਖਾ ਆਪਣੇ ਆਪ ਨੂੰ ਪਾਈ ਬੈਠਾ ਵੀ ਸੰਸਾਰ ਸਾਗਰ ਪਿਆ ਅਮਰ ਪਿਆ, ਵੀ ਮੈਂ ਕਿਹੜਾ ਮਰਨਾ ਹੈ, ਮੈਂ ਤਾਂ ਸਦਾ ਹੀ ਜਿਉਂਦਾ, ਇਹ ਸਭ ਮੇਰਾ ਹੈ ਤੇ ਮੈਂ ਇਵੇਂ ਹੀ ਰਹਿਣਾ ਹੈ। ਇਹਨੂੰ ਇਹ ਕੱਲ ਦੀ ਅਵਸਥਾ ਭੁੱਲ ਗਏ ਵੀ ਕੱਲ ਮੇਰੇ ਨਾਲ ਕੁਝ ਵਾਪਰ ਸਕਦਾ। ਇਹਨੂੰ ਇਹ ਵੀ ਅੱਜ ਮੈਂ ਜਿੱਥੇ ਹਾਂ ਕੱਲ ਵੀ ਇਹੋ ਹੀ ਇਸ ਤਰ੍ਹਾਂ ਹੀ ਹੋਣਾ ਹੈ ਸਾਰਾ ਕੁਝ। ਇਹ ਭੁੱਲ ਗਿਆ ਵੀ ਹਰ ਚੀਜ਼ ਨੇ ਬਦਲ ਜਾਣਾ ਹੈ। ਔਰ ਸਭ ਤੋਂ ਪਹਿਲਾਂ ਸਰੀਰ ਹੀ ਕਮਜ਼ੋਰ ਹੁੰਦਾ ਜਾ ਰਿਹਾ, ਪੁਰਾਣਾ ਹੁੰਦਾ ਜਾ ਰਿਹਾ, ਮੌਤ ਵੱਲ ਵੱਧ ਰਿਹਾ। ਭੁਲੇਖਾ ਇਹ ਪਾਲੀ ਬੈਠਾ ਵੀ ਜਿਵੇਂ ਮੈਂ ਅਮਰ ਹੋਇਆ ਦੁਨੀਆ ਵਿੱਚ, ਸਦਾ ਜੀਵਤ ਹਾਂ। ਮਾਇਆ ਮੂਠਾ ਚੇਤਸ ਨਾਹੀ, ਮਾਇਆ ਦੇ ਮੋਹ ਦਾ ਠੱਗਿਆ ਹੋਇਆ। ਕੀ ਠੱਗੀ ਵੱਜੀ ਹੈ? ਇਹਦੀ ਸੋਝੀ ਚਲੀ ਗਈ ਹੈ। ਇਹਨੂੰ ਸੱਚ ਵਿਖਾਈ ਨਹੀਂ ਦਿੰਦਾ, ਨਾ ਆਪਣੇ ਜੀਵਨ ਦਾ, ਨਾ ਮੌਤ ਦਾ, ਨਾ ਹਿਰਦੇ ਅੰਦਰਲਾ ਕਪਟ ਵਿਖਾਈ ਦਿੰਦਾ। ਆਪਣਾ ਆਪ ਨਹੀਂ ਇਹਨੂੰ ਦੀਦਾ। ਉਹ ਨਜ਼ਰ ਇਹਦੀ ਚਲੀ ਗਈ, ਉਹ ਸੁਰਤ ਸੋਝੀ ਇਹਦੀ ਗਵਾਚ ਗਈ, ਉਹ ਵਿਵੇਕ ਇਹਦਾ ਠੱਗਿਆ ਗਿਆ। ਮਾਇਆ ਮੂਠਾ ਚੇਤਸ ਨਾਹੀ, ਚੇਤੇ ਨਹੀਂ ਕਰਦਾ ਉਸ ਪਰਮੇਸ਼ਰ ਨੂੰ। ਜਨਮ ਗਵਾਇਓ ਆਲਸੀਆ। ਤੇ ਆਲਸ ਵਸ, ਆਲਸ ਕਾਹਦਾ ਹੈ? ਆਪਣੇ ਅੰਦਰ ਦੀ ਬੁਰਾਈ ਨੂੰ ਪਛਾਣਨ ਵੱਲੋਂ ਸਦਾ ਹੀ ਆਲਸੀ ਹੈ। ਜੋ ਜੀਵਨ ਨਾਲ ਵਰਤ ਰਿਹਾ ਹੈ ਉਹ ਸੱਚ ਇਹਨੂੰ ਦਿਖਾਈ ਨਹੀਂ ਦੇ ਰਿਹਾ। ਜਿਹਨੂੰ ਸ਼੍ਰੀ ਹਜ਼ੂਰ ਕਹਿੰਦੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ। ਵੇਖੋ ਮਹਾਰਾਜ ਸ਼ਬਦ ਕੈਸਾ, ਮਾਇਆ, ਜਿਸ ਨੇ ਮਾਇਆ ਨੂੰ ਧਾਰਨ ਕਰ ਲਿਆ। ਮਾਇਆ ਧਾਰੀ ਅਤ ਅੰਨਾ ਬੋਲਾ, ਇਹਦਾ ਭਾਵ ਜਿਸ ਨੇ ਮਾਇਆ ਨੂੰ ਸੁਰਤ ਵਿੱਚ ਧਾਰਨ ਕਰ ਲਿਆ। ਉਹੀ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਕਹੀ ਜਾ ਰਹੀ ਹੈ ਭਗਤ ਤਰਲੋਚਨ ਜੀ ਵੱਲੋਂ। ਇੱਕ ਹੁੰਦਾ ਵਸਤੂ ਤੁਹਾਡੇ ਕੋਲ ਹੈ ਕਿ ਤੁਸੀਂ ਵਸਤੂ ਨੂੰ ਸੁਰਤ ਵਿੱਚ ਲੈ, ਤੁਸੀਂ ਉਹਨੂੰ ਅੰਦਰ ਜਗ੍ਹਾ ਦੇ ਲਈ ਹੈ, ਤੁਸੀਂ ਸਾਰੀ ਸਪੇਸ ਹੀ ਉਹਦੇ ਹਵਾਲੇ ਕਰ ਦਿੱਤੀ ਹੈ ਵੀ ਸਾਰਾ ਕੁਝ ਤੇਰੇ ਹੀ ਹਵਾਲੇ ਜ਼ਿੰਦਗੀ ਦਾ। ਬਾਕੀ ਕਿਸੇ ਚੀਜ਼ ਲਈ ਜਗ੍ਹਾ ਹੀ ਨਹੀਂ ਬਚੀ, ਥਾਂ ਹੀ ਨਹੀਂ ਬਚੀ। ਸਤਿਗੁਰੂ ਮਹਾਰਾਜ ਉਹਨੂੰ ਫਿਰ ਕਹਿੰਦੇ ਨੇ ਮਾਇਆ ਧਾਰਨ ਕਰ ਲਈ ਇਸਨੇ, ਮਾਇਆ ਦਾ ਧਾਰੀ ਹੋ ਗਿਆ। ਤੋ ਫਰਮਾਉਂਦੇ ਨੇ ਇੱਥੇ, ਕਹਿਣ ਲੱਗੇ, ਬਿਖਮ ਘੋਰ ਪੰਥ ਚਾਲਣਾ ਪ੍ਰਾਣੀ। हे ਪ੍ਰਾਣੀ, हे ਮਨੁੱਖ, ਬਿਖਮ ਔਖੇ, ਘੋਰ ਬਿਖਮ। ਘੋਰ ਬਿਖਮ ਦਾ ਸ਼ਬਦ ਦਾ ਮਤਲਬ ਹੈ ਬਹੁਤ ਹੀ ਔਖਾ। ਤੂੰ ਬੜੇ ਹਨੇਰੇ, ਬੜੇ ਅੰਧਕਾਰਮਈ, ਬੜੇ ਠੇਡੇ ਖਾਣ ਵਾਲੇ, ਪੁੱਠੇ ਕਿਸਮ ਦੇ ਔਖੇ ਰਸਤੇ ਦੇ ਉੱਤੇ ਤੁਰ ਪਿਆ ਹੈ। ਰਵ ਸਸ ਤੈ ਨਾ ਪ੍ਰਵੇਸ਼ੰ, ਜਿਹੜੇ ਰਾਹ ਤੇ ਤੂੰ ਚੱਲਿਆ ਨਾ ਇੱਥੇ ਚੰਦਰਮਾ ਵਿਖਾਈ ਦਿੰਦਾ, ਨਾ ਸੂਰਜ ਚੜ੍ਹਦਾ। ਭਾਵ ਨਾ ਦਿਨੇ ਚੈਨ ਹੈ ਤੇ ਨਾ ਰਾਤ ਨੂੰ ਚੈਨ ਹੈ। ਰਵ ਸਸ ਤੈ ਨਾ, ਇੱਥੇ ਕੋਈ ਦਿਨ ਰਾਤ ਦਾ ਹੀ ਮਸਲਾ ਹੀ ਨਹੀਂ, ਜਾਨੀ ਕਿ ਤੈਨੂੰ ਹੋਸ਼ ਹੀ ਨਹੀਂ, ਨਾ ਤੇਰੇ ਲਈ ਦਿਨ ਨਾ ਰਾਤ। ਕੋਈ ਸਮਾਂ ਹੀ ਐਸਾ ਨਹੀਂ ਜਦੋਂ ਤੂੰ ਹੋਸ਼ ਕਰੇ, ਤੇਰੀ ਇਹ ਨੀਂਦ ਟੁੱਟੇ। ਹਰ ਵੇਲੇ 24 ਘੰਟੇ ਜਿਹੜੀ ਹੈ ਤੇਰੀ ਇਹ ਨੀਂਦ ਬਣੀ ਹੈ ਤੇ ਤੂੰ ਹਨੇਰਾ ਢੋਈ ਜਾ ਰਿਹਾ। ਰਵ ਸਸਤੈ ਨਾ ਪ੍ਰਵੇਸ਼, ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜੀ ਅਲੇ ਸੰਸਾਰਾਂ। ਕਹਿੰਦੇ ਨੇ ਫੇਰ ਤਾਂ ਉੜਕ ਨੂੰ ਸਾਰਾ ਕੁਝ ਛੱਡੇਗਾ ਹੀ ਨਾ, ਜਦੋਂ ਸੰਸਾਰ ਛੱਡਣ ਦਾ ਵੇਲਾ ਆਇਆ। ਫਿਰ ਇਹਦਾ ਕੀ ਕਰੇਗਾ? ਜਦੋਂ ਸੱਦਾ ਆਇਆ, ਜਦੋਂ ਸਰੀਰ ਚੋਂ ਪ੍ਰਾਣ ਨਿਆਰੇ ਹੋਏ, ਫਿਰ ਕਿਵੇਂ ਤੱਕੇਗਾ ਪਰਾਏ ਘਰ? ਫਿਰ ਤੇਰੇ ਅੰਦਰ ਦੇ ਕਪਟ ਨੂੰ ਜਿਹੜਾ ਕਿੱਥੇ ਜਗ੍ਹਾ ਮਿਲੇਗੀ? ਫਿਰ ਕਿਹਨੂੰ ਵੇਖ ਕੇ ਖੁਸ਼ ਹੋਏਗਾ? ਫਿਰ ਜਿਹੜਾ ਤੂੰ ਹਨੇਰਾ ਢੋਰਿਆ ਇਹਦਾ ਕੀ ਬਣੇਗਾ? ਇਸ ਲਈ ਤੂੰ ਹੁਣ ਜਿੰਨਾ ਚਿਰ ਸਾਹ ਨੇ, ਸਵਾਸ ਨੇ,
ਚੇਤਨਾ ਹੈ, ਸਮਝ ਹੈ, ਫਿਰ ਵਿਚਾਰਦਾ ਕਿਉਂ ਨਹੀਂ ਜੀਵਨ ਦੇ ਇਹਨਾਂ ਪਹਿਲੂਆਂ ਨੂੰ। ਫਰਮਾਉਂਦੇ ਹਨ, ਆਜ ਮੇਰਾ ਮਨ ਪ੍ਰਗਟ ਭਇਆ ਹੈ, ਮੇਰੇ ਅੰਦਰ ਇਹ ਗੱਲ ਹੁਣ ਪ੍ਰਗਟ ਹੋ ਗਈ, ਜ਼ਾਹਰ ਵਿਦਤ ਹੋ ਗਈ, ਭਾਵ ਮੈਨੂੰ ਹੁਣ ਇਸ ਉਪਦੇਸ਼ ਦੀ ਸੋਝੀ ਤੇ ਸਮਝ ਆ ਗਈ। ਪੇਖੀਲੇ ਧਰਮ ਰਾਓ, ਵੀ ਮੌਤ ਸਦਾ ਸਾਨੂੰ ਤੱਕ ਰਹੀ ਹੈ, ਜਾਨੀ ਕਿ ਅਸੀਂ ਕੁਦਰਤ ਦੇ ਇਸ ਨਿਯਮ ਤੋਂ ਭੱਜ ਨਹੀਂ ਸਕਦੇ, ਕੁਦਰਤ ਦੇ ਇਸ ਕਾਨੂੰਨ ਨੂੰ ਉਲੰਘ ਨਹੀਂ ਸਕਦੇ। ਅਸੀਂ ਭਾਵੇਂ ਅਣਜਾਣ ਹੋਣ ਦਾ ਢੋਂਗ ਕਰੀਏ, ਵਿਖਾਵਾ ਕਰੀਏ, ਅਗਿਆਨਤਾ ਵਸ ਚੇਤੇ ਨਾ ਕਰੀਏ, ਪਰ ਉਹ ਸਮਾਂ ਖੁੰਝਣ ਵਾਲਾ ਨਹੀਂ। ਅਸੀਂ ਚੇਤੇ ਨਹੀਂ ਕਰਾਂਗੇ ਤੇ ਕੀ ਕੁਦਰਤ ਭੁੱਲ ਜਾਏਗੀ ਵੀ ਇਹਨੂੰ ਚੇਤਾ ਨਹੀਂ, ਚਲੋ ਰਹਿਣ ਦਿਓ? ਨਹੀਂ। ਅਸੀਂ ਕਿਸੇ ਦਾ ਉਧਾਰ ਦੇਣਾ ਹੋਵੇ, ਅਸੀਂ ਰੱਖ ਭੁਲਾਈ ਛੱਡੀਏ, ਅਗਲਾ ਕਾਪੀ ਤੇ ਲਿਖ ਕੇ ਬੈਠਾ ਹੈ, ਉਹ ਜਿੱਥੇ ਮਿਲੇਗਾ ਕਹੇਗਾ ਜੀ ਤੇਰੇ ਸਮਾਂ ਹੋ ਗਿਆ, ਤੂੰ ਸਾਡੇ ਨਾਲ ਵਾਅਦਾ ਕੀਤਾ ਸੀ। ਅਸੀਂ ਕਹਿੰਦੇ ਮੈਨੂੰ ਤਾਂ ਚੇਤਾ ਨਹੀਂ, ਉਹ ਕਹਿੰਦਾ ਮੈਨੂੰ ਤਾਂ ਚੇਤਾ ਹੈ। ਤੈਨੂੰ ਨਹੀਂ ਚੇਤਾ, ਮੈਨੂੰ ਚੇਤਾ ਹੈ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਜਿੰਨੇ ਜਿੰਦ ਬਖਸ਼ੀ ਹੈ ਉਹਨੂੰ ਸਾਰਾ ਚੇਤਾ ਹੈ, ਤੈਨੂੰ ਨਹੀਂ ਚੇਤਾ, ਗੱਲ ਵੱਖਰੀ ਹੈ। ਤੋ ਫਰਮਾਉਂਦੇ ਨੇ, ਪੇਖੀਲੇ ਧਰਮ ਰਾਓ, ਤੈਂ ਕਰ ਦਲ ਕਰ ਹੱਥਾਂ ਨਾਲ, ਦਲ ਦਲ ਸੁੱਟਣਗੇ, ਮਲ ਦੇਣਗੇ, ਤਬਾਹ ਕਰ ਦੇਣਗੇ, ਮਹਾਬਲੀ ਤਾਕਤਵਰ ਕਾਦਰ ਦੇ ਮਹਾਬਲੀ ਕਾਇਦੇ ਕਾਨੂੰਨ ਤੈਨੂੰ ਤਬਾਹ ਕਰਕੇ ਸੁੱਟ ਦੇਣਗੇ। ਭਾਵ ਬੁਢੇਪਾ ਵੀ ਆਏਗਾ, ਜੀ ਉਮਰ ਰਹੀ ਨਹੀਂ ਬਚ ਸਕਦਾ ਤੂੰ। ਕਿੱਡਾ ਮਹਾਬਲੀ ਕਾਨੂੰਨ ਹੈ ਵੇਖੋ। ਅਮੀਰ ਨੂੰ ਵੀ ਬੁਢੇਪਾ ਆਉਂਦਾ ਤੇ ਕਮਜ਼ੋਰ ਹੋ ਜਾਂਦਾ ਹੈ ਉਹ, ਪਹਿਲਵਾਨ ਨੂੰ ਬੁਢੇਪਾ ਆਏ ਤੇ ਉਹ ਵੀ ਕਮਜ਼ੋਰ ਹੋ ਜਾਂਦਾ ਹੈ, ਸਾਧੂ ਨੂੰ ਆਏ ਤੇ ਉਹ ਵੀ ਹੋ ਜਾਂਦਾ। ਉਹ ਕਿੱਡੇ ਮਹਾਬਲੀ ਨੇ, ਉਹਨਾਂ ਸਾਹਮਣੇ ਕਿਸੇ ਦੀ ਨਹੀਂ ਚੱਲਦੀ ਕਾਨੂੰਨ ਦੇ। ਤੇ ਜੇ ਮੌਤ ਦਾ ਕਾਨੂੰਨ ਲਾਗੂ ਹੋ ਜਾਏ ਤਾਂ ਵੀ ਸਾਰੇ ਉੱਠ ਕੇ ਤੁਰ ਪੈਂਦੇ ਨੇ, ਕੋਈ ਬਚਦਾ? ਤੇ ਨਿਆਗਲੜੈ ਮੈਂ ਰਹਿਣ ਨਾ ਜਾਏ, ਤੇ ਇਹਨਾਂ ਦੇ ਅੱਗੇ ਮੇਰੇ ਕੋਲੋਂ ਵੀ ਰੁਕਿਆ ਨਹੀਂ ਜਾਣਾ। ਜਿੱਥੇ ਬਾਕੀ ਸਾਰੇ ਇਹਨਾਂ ਕਾਨੂੰਨਾਂ ਦੀ ਮਾਰ ਹੇਠ ਆਉਂਦੇ ਨੇ, ਉੱਥੇ ਮੈਂ ਵੀ ਨਹੀਂ ਰੁਕ ਸਕਦਾ। ਫਿਰ ਫਰਮਾਉਂਦੇ ਨੇ, ਜੇ ਕੋ ਮੂੰਹ ਉਪਦੇਸ਼ ਕਰਤ ਹੈ, ਮੈਂ ਐਸੇ ਸਤ ਸੰਗੀਆਂ ਤੋਂ ਸਦਕੇ ਜਾਨਾ, ਕੁਰਬਾਨ ਜਾਨਾ, ਬਲਿਹਾਰ ਜਾਨਾ, ਵਾਰਨੇ ਜਾਨਾ, ਜਿਹੜੇ ਮੈਨੂੰ ਇਹ ਉਪਦੇਸ਼ ਕਰਦੇ ਨੇ, ਜਿਹੜੇ ਮੈਨੂੰ ਇਹ ਸਮਝ ਦਿੰਦੇ ਨੇ, ਤਾਂ ਵਣ ਤ੍ਰਿਣ ਰਤੜਾ ਨਾਰਾਇਣ। ਤਾਂ ਫਿਰ ਕੀ ਹੁੰਦਾ ਉਹਨਾਂ ਦੇ ਉਪਦੇਸ਼ ਨਾਲ? ਉਹ ਨਾਰਾਇਣ ਜੋ ਵਣ, ਬਨ ਭਾਵ ਜੰਗਲ ਬੇਲਾ, ਤ੍ਰਿਣ ਘਾਹ ਦੇ ਤਿਣਕੇ, ਭਾਵ ਹਰ ਜਗ੍ਹਾ ਤੇ ਇਹਦਾ ਭਾਵ ਹੁੰਦਾ ਹੈ। ਜਿਵੇਂ ਬਾਣੀ 'ਚ ਲਿਖਿਆ ਨਾ, ਬਨ ਤਿੰਨ ਪਰਬਤ ਹੈ ਪਾਰ ਦਾ। ਉਹ ਪਰਮੇਸ਼ਰ ਰਮਈਆ ਸਰਵ ਵਿਆਪਕ, ਜਿਹੜਾ ਹਰ ਜਗ੍ਹਾ ਤੇ ਵਸਿਆ ਹੋਇਆ, ਜਿਹੜਾ ਮੈਨੂੰ ਉਸ ਪਰਮੇਸ਼ਰ ਦਾ ਨਾਮ ਚੇਤੇ ਕਰਾਉਂਦਾ ਹੈ, ਉਹਦਾ ਹੁਕਮ ਚੇਤੇ ਕਰਾਉਂਦਾ ਹੈ, ਉਹਦੇ ਗੁਣ ਚੇਤੇ ਕਰਾਉਂਦਾ ਹੈ, ਮੈਂ ਉਹਨਾਂ ਦਾ ਆਦਰ ਕਰਦਾ। ਫਿਰ ਫਰਮਾਉਂਦੇ ਨੇ ਅਖੀਰਲੀ ਪੰਕਤੀ ਵਿੱਚ, ਐ ਜੀ ਤੂੰ ਆਪੇ ਸਭ ਕੁਛ ਜਾਣਦਾ। ਐ ਜੀ ਮੇਰੇ ਪਰਮੇਸ਼ਰ ਜੀਓ, ਵਾਹਿਗੁਰੂ ਜੀਓ, ਹੇ ਰਮਈਆ ਬੀਠਲ ਨਾਰਾਇਣ, ਸਰਵ ਵਿਆਪਕ, ਵਣ ਤ੍ਰਿਣ ਰਤੜੇ ਹੋਏ, ਤੂੰ ਆਪ ਹੀ ਸਾਡੀ ਗਤ ਜਾਣਦਾ ਹੈ, ਤੂੰ ਕੁਝ ਨਹੀਂ ਭੁੱਲਿਆ ਹੋਇਆ। ਬਦਤ ਤਿਲੋਚਨ ਰਾਮਈਆ, ਮੈਂ ਸਦਾ ਹੀ ਤ੍ਰਿਲੋਚਨ ਬਦਤ ਆਖਦਾ ਹਾਂ, ਜਪਦਾ ਹਾਂ, ਸਿਮਰਦਾ ਹਾਂ, ਚੇਤੇ ਕਰਦਾ ਹਾਂ, ਧਿਆਨ ਕਰਦਾ ਹਾਂ, ਤੈਨੂੰ ਸਰਵ ਵਿਆਪੀ ਜਾਣਦਾ ਹਾਂ। ਹੇ ਸਰਵ ਵਿਆਪਕ ਰਾਮਈਆ ਜੀਓ, ਪਰਮੇਸ਼ਰ ਜੀਓ, ਸਹਿਬ ਮਿਹਰ ਕਰਨ। ਭਗਤ ਲੋਚਨ ਜੀ ਦੇ ਅਗਲੇ ਸ਼ਬਦ ਨੂੰ ਆਪਾਂ ਅਗਲੇ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਭੁੱਲ ਚੁੱਕ ਦੀ ਸਤਿਗੁਰੂ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।